Welcome 6th class. Welcome to my channel Let's Learn with Easy Tricks. ਤੁਸੀਂ ਮੇਰੀ ਸ਼ੀਟ ਨੰਬਰ 9 ਦੀ ਵੀਡੀਓ ਦੇਖੀ ਹੋਊਗੀ, ਸਮਝ ਲਈ ਹੋਊਗੀ ਤੇ ਹੁਣ ਉਸ ਤੋਂ ਨੈਕਸਟ ਕੰਮ ਕਰਦੇ ਆਪਾਂ ਸ਼ੀਟ ਨੰਬਰ 10 ਤੇ ਇਹਨੂੰ ਬਹੁਤ ਧਿਆਨ ਨਾਲ ਸਮਝਣਾ ਕਿਉਂਕਿ ਇਹਦੇ ਵਿੱਚ ਕਈ ਇਹੋ ਜਿਹੀਆਂ ਪ੍ਰੋਪਰਟੀਜ਼ ਆਪਾਂ ਸਿੱਖਾਂਗੇ ਜਿਹੜੀਆਂ ਆਪਣੀਆਂ ਨੈਕਸਟ ਕਲਾਸਿਸ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਮ ਆਉਣਗੀਆਂ। ਇੰਪੋਰਟੈਂਟ ਹੈ ਬੇਟਾ ਜੀ ਇਹ ਸ਼ੀਟ, ਠੀਕ ਹੈ। ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਣਾ। ਲੈਟ ਸਟਾਰਟ ਵਿਦ ਡੇ 35। ਹਾਂਜੀ, ਉਹਨੇ ਕਿਹਾ ਬਕਸੇ ਵਿੱਚ ਢੁਕਵਾਂ ਚਿੰਨ੍ਹ ਭਰੋ, ਫਿਲ ਦਾ ਬਾਕਸ ਵਿਦ ਐਪਰੋਪਰੀਏਟ ਸਿੰਬਲ। ਹਾਂਜੀ, ਆਪਾਂ ਨੇ ਦੱਸਣਾ ਹੈ ਕਿ ਕਿੱਧਰ ਜ਼ਿਆਦਾ ਮੁਰਗੇ ਹੈਗੇ ਆ। ਦੇਖੋ ਕਿੱਧਰ ਹੈ, ਜਿੱਧਰਲੇ ਪਾਸੇ ਵੀ ਤੁਹਾਨੂੰ ਲੱਗ ਰਿਹਾ ਕਿ ਜ਼ਿਆਦਾ ਹੈ ਉੱਧਰਲੇ ਪਾਸੇ ਆਪਾਂ ਸਾਈਨ ਲਗਾ ਦਾਂਗੇ। ਇਹ ਤਾਂ ਕਿਉਂਕਿ ਆਪਣੇ ਕੋਲੇ ਥੋੜ੍ਹੀਆਂ ਚੀਜ਼ਾਂ ਸੀ, ਆਪਾਂ ਫਟਾਫਟ ਗਿਣ ਲਈਆਂ ਹੈ ਨਾ। ਜਦੋਂ ਹੁਣ ਇਹਦੇ ਹੋਮ ਅਸਾਈਨਮੈਂਟ 'ਤੇ ਦੇਖਦੇ ਹਾਂ ਆਪਾਂ, ਹੋਮ ਅਸਾਈਨਮੈਂਟ ਦੇ ਵਿੱਚ ਬਹੁਤ ਵੱਡੀ ਰਕਮ ਲਿਖੀ ਹੋਈ ਹੈ। ਇਹਨਾਂ ਨੂੰ ਕਿਵੇਂ ਦੇਖਾਂਗੇ ਆਪਾਂ? ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000। ਇਹ 10,000 ਇੱਕ ਹੈ, ਇਹ 10,000 101 ਹੈ। ਹੁਣ ਕਈ ਵਾਰੀ ਆਪਾਂ ਨੂੰ ਇਹਨਾਂ ਨੂੰ ਨਹੀਂ ਵੀ ਪੜ੍ਹਨਾ ਆ ਸਕਦਾ, ਤਾਂ ਤੁਸੀਂ ਸਭ ਤੋਂ ਪਹਿਲਾਂ ਇਹ ਦੇਖੋ ਇਹਦੇ ਵਿੱਚ ਅੰਕ ਕਿੰਨੇ ਹੈ? 5। ਇਹਦੇ ਵਿੱਚ ਅੰਕ ਕਿੰਨੇ ਹੈ? 5। ਤਾਂ ਪਹਿਲਾਂ ਤਾਂ ਇਹ ਅੰਕਾਂ ਵਾਈਜ਼ ਤਾਂ ਸੰਖਿਆਵਾਂ ਜਿਹੜੀਆਂ ਨੇ ਬਰਾਬਰ ਨੇ। ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿੱਧਰ ਅੰਕ ਜ਼ਿਆਦਾ ਨੇ ਉਹ ਵੱਡੀ ਸੰਖਿਆ ਹੈ ਨਾ। ਤਾਂ ਹੁਣ ਕਿਵੇਂ ਪਛਾਣੀਏ? ਦੇਖੋ ਇਕਾਈ ਦਾ ਅੰਕ 1, ਦਹਾਈ ਦਾ ਅੰਕ 0 ਅਤੇ ਇੱਥੇ ਕੀ ਹੈ 0, ਇੱਥੇ ਕੀ ਹੈ ਆਪਣੇ ਕੋਲ 1। ਤਾਂ ਇਹਦਾ ਮਤਲਬ ਕਿਹੜਾ ਵੱਡਾ ਹੋਊਗਾ? 10,101। ਤਾਂ ਇੱਦਾਂ ਵੀ ਦੇਖ ਸਕਦੇ ਹੋ। ਜੇ ਆਪਾਂ ਨੂੰ ਕਲੀਅਰਲੀ ਸੰਖਿਆ ਪੜ੍ਹਨੀ ਆ ਰਹੀ ਹੈ ਤਾਂ ਫਿਰ ਬਹੁਤ ਵਧੀਆ ਗੱਲ ਹੈ, ਫਿਰ ਤਾਂ ਆਪਣੇ ਕੋਲ ਸਮ ਹੋ ਹੀ ਗਿਆ, ਆਪਣੇ ਤੋਂ ਗਲਤੀ ਹੋਊਗੀ ਹੀ ਨਹੀਂ। ਠੀਕ ਹੈ ਬੇਟਾ, ਚੱਲੀਏ ਆਪਾਂ ਨੈਕਸਟ ਐਕਟੀਵਿਟੀ 'ਤੇ। ਹਾਂਜੀ, ਇਹ ਹੈਗਾ ਆਪਣੇ ਕੋਲੇ ਖਾਲੀ ਥਾਵਾਂ ਭਰੋ, ਫਿਲ ਇਨ ਦਾ ਬਲੈਂਕਸ। ਹੁਣ ਇਹਨੇ ਕਿਹਾ ਤੁਹਾਡਾ ਭਾਰ, ਯੋਰ ਵੇਟ ਪਲੱਸ ਮਿੱਤਰ ਦਾ ਭਾਰ, ਫਰੈਂਡਸ ਵੇਟ। ਦੱਸਣਾ ਆਪਾਂ ਜੋੜ ਕਰਕੇ ਕਿੰਨਾ ਆਊਗਾ। ਦੂਸਰੇ ਦੇ ਵਿੱਚੋਂ ਕੀ ਕਹਿ ਰਿਹਾ ਹੈ? ਮਿੱਤਰ ਦਾ ਭਾਰ ਪਲੱਸ ਤੁਹਾਡਾ ਭਾਰ, ਕਿੰਨਾ ਉੱਤਰ ਆਊਗਾ। ਚਲੋ ਆਪਾਂ ਇੱਕ ਅੰਦਾਜ਼ਾ ਜਿਹਾ ਲਗਾ ਲੈਂਦੇ ਹਾਂ। ਤੁਸੀਂ 6th ਕਲਾਸ ਦੇ ਬੱਚੇ ਹੋ ਹੈ ਨਾ, ਤੁਹਾਡਾ ਭਾਰ 30 ਜਾਂ 35 ਕਿਲੋ ਦੇ ਵਿੱਚ ਹੋਊਗਾ ਹੈ ਨਾ। ਤਾਂ ਆਪਾਂ ਉਹਦੇ ਹਿਸਾਬ ਨਾਲ ਇੱਕ ਅੰਦਾਜ਼ਾ ਜਿਹਾ ਰਫ ਜਿਹਾ ਲਗਾ ਲੈਂਦੇ ਹਾਂ। ਮੰਨ ਲਓ ਤੁਸੀਂ 30 kg ਦੇ ਹੋ ਔਰ ਤੁਹਾਡਾ ਜਿਹੜਾ ਫਰੈਂਡ ਹੈ ਉਹ 32 kg ਦਾ। ਤਾਂ ਇਹਨਾਂ ਨੂੰ ਜਦੋਂ ਆਪਾਂ ਪਲੱਸ ਕਰਾਂਗੇ ਤਾਂ ਕਿੰਨਾ ਆ ਜਾਏਗਾ? 62। ਦੂਸਰੇ ਵਿੱਚ ਉਹਨੇ ਉਲਟਾ ਕਿਹਾ, ਮਿੱਤਰ ਦਾ ਭਾਰ ਪਹਿਲਾਂ ਲਿਖ ਲਿਆ, ਤੁਹਾਡਾ ਬਾਅਦ 'ਚੋਂ ਲਿਖ ਲਿਆ, ਫਿਰ ਪਲੱਸ ਕਰ ਲਿਆ। ਹਾਂਜੀ, ਕੀ ਕਿਹਾ ਉਹਨੇ? ਕਹਿੰਦੇ ਉੱਤਰ ਬਰਾਬਰ ਆਇਆ। ਆਪਾਂ ਕਹਾਂਗੇ ਯੈਸ, ਹਾਂਜੀ ਬਰਾਬਰ ਆਇਆ ਉੱਤਰ। ਤਾਂ ਜੇ ਆਇਆ ਤਾਂ ਕਹਿੰਦੇ ਇਹ ਪੂਰਨ ਸੰਖਿਆਵਾਂ ਦੇ ਕਿਹੜੇ ਗੁਣ ਨੂੰ ਦਰਸਾ ਰਿਹਾ ਹੈ? ਇਫ ਯੈਸ ਵਟ ਪ੍ਰੋਪਰਟੀ ਆਫ ਹੋਲ ਨੰਬਰਸ ਡਜ਼ ਇਟ ਰਿਪਰਜੈਂਟ। ਤਾਂ ਆਪਾਂ ਨੂੰ ਇੱਥੇ ਪ੍ਰੋਪਰਟੀ ਦਾ ਨਾਮ ਯਾਦ ਰੱਖਣਾ ਕਿ ਜਦੋਂ ਆਪਾਂ ਪਹਿਲੀ ਸੰਖਿਆ ਦੇ ਵਿੱਚ ਦੂਜੀ ਸੰਖਿਆ ਜੋੜਦੇ ਹਾਂ ਜਾਂ ਦੂਜੀ ਸੰਖਿਆ ਦੇ ਵਿੱਚ ਪਹਿਲੀ ਸੰਖਿਆ ਜੋੜਦੇ ਹਾਂ, ਆਨਸਰ ਬਰਾਬਰ ਆਉਂਦਾ ਹੈ, ਤਾਂ ਉਸ ਪ੍ਰੋਪਰਟੀ ਦਾ ਨਾਮ ਹੁੰਦਾ ਹੈ ਬੇਟਾ ਜੀ ਕਮੂਟੇਟਿਵ ਪ੍ਰੋਪਰਟੀ। ਕਿਹੜੀ ਪ੍ਰੋਪਰਟੀ ਬੇਟੇ? ਕਮੂਟੇਟਿਵ ਪ੍ਰੋਪਰਟੀ। ਮੈਂ ਲਿਖਦੀ ਹਾਂ ਇੱਥੇ ਕਮਿਊਟੇਟਿਵ ਪ੍ਰੋਪਰਟੀ। ਹੁਣ ਇਹਨੂੰ ਪੰਜਾਬੀ ਦੇ ਵਿੱਚ ਆਪਾਂ ਕੀ ਕਹਿਣਾ ਹੁੰਦਾ ਹੈ? ਕ੍ਰਮ, ਇਹ ਮੰਮਾ ਵਟਾਂਦਰਾ ਗੁਣ। ਕ੍ਰਮ ਮਤਲਬ ਉਹਦਾ ਥਾਂ ਬਦਲਤੀ ਆਪਾਂ, ਵਟਾਂਦਰਾ ਮਤਲਬ ਵੰਡ ਕਰਤੀ। ਕ੍ਰਮ ਵਟਾਂਦਰਾ ਉਹਦੀ ਥਾਂ ਨੂੰ ਚੇਂਜ ਕਰਤਾ। ਪਹਿਲਾਂ ਪਹਿਲੇ ਨੰਬਰ 'ਤੇ ਅਸੀਂ ਦੂਜੇ ਨੰਬਰ 'ਤੇ ਕਰਤੀ, ਦੂਜੇ ਨੰਬਰ ਵਾਲੇ ਨੂੰ ਪਹਿਲੇ ਨੰਬਰ 'ਤੇ ਕਰ ਲਿਆ। ਠੀਕ ਹੈ, ਤਾਂ ਫਿਰ ਵੀ ਆਪਣਾ ਜਿਹੜਾ ਪਲੱਸ ਹੈ ਉਹ ਇਕੁਅਲ ਆਇਆ। ਠੀਕ ਹੈ, ਤਾਂ ਹੁਣ ਆਪਾਂ ਚੱਲਦੇ ਇਸ ਤੋਂ ਨੈਕਸਟ ਕੰਮ 'ਤੇ, ਇਸ ਦੀ ਹੋਮ ਅਸਾਈਨਮੈਂਟ 'ਤੇ। ਕੀ ਕਹਿ ਰਿਹਾ ਹੈ? ਕੋਈ ਵੀ ਦੋ ਵੱਖ-ਵੱਖ ਪੂਰਨ ਸੰਖਿਆਵਾਂ ਲਓ ਅਤੇ ਹੇਠਾਂ ਦਿੱਤੀ ਸਾਰਣੀ ਵਿੱਚ ਭਰੋ। ਟੇਕ 2 ਡਿਫਰੈਂਟ ਹੋਲ ਨੰਬਰਸ ਐਂਡ ਫਿਲ ਇਨ ਦ ਟੇਬਲ ਬਿਲੋ। ਹਾਂਜੀ, ਪਹਿਲਾਂ ਸੰਖਿਆ ਸੋਚੋ ਆਪਣੇ ਦਿਮਾਗ ਦੇ ਵਿੱਚ, ਜਲਦੀ ਕੋਈ ਛੋਟੀ ਜਿਹੀ ਸੰਖਿਆ ਸੋਚੋ ਜਿਹਦਾ ਆਪਾਂ ਪਲੱਸ ਆਸਾਨੀ ਨਾਲ ਕਰ ਸਕੀਏ। ਚਲੋ ਮੈਨੇ 10 ਸੋਚ ਲਈ। ਦੂਜੀ ਸੰਖਿਆ ਸੋਚੋ, ਚਲੋ ਜੀ 20 ਸੋਚ ਲਈ। ਇਹਨਾਂ ਦਾ ਪਲੱਸ ਕਰੋ, ਕਿੰਨਾ ਆ ਗਿਆ? 30 ਆ ਗਿਆ। ਦਿਮਾਗ ਦੇ ਵਿੱਚ ਰੱਖਣਾ ਇਹ। ਇੱਧਰ ਆਪਾਂ ਪਹਿਲਾਂ ਦੂਜੀ ਸੰਖਿਆ ਲਿਖਣੀ ਹੈ, ਫਿਰ ਪਹਿਲੀ ਸੰਖਿਆ ਲਿਖਣੀ ਹੈ। ਕ੍ਰਮ ਵਟਾਂਦਰਾ ਗੁਣ ਲਾਗੂ ਹੁੰਦਾ ਹੈ ਜਾਂ ਨਹੀਂ? ਆਪਾਂ ਕਹਾਂਗੇ ਹਾਂਜੀ ਹੁੰਦਾ ਹੈ, ਕਿਉਂਕਿ 10 ਤੇ 20 ਵੀ 30 ਹੁੰਦੇ ਨੇ, 20 ਤੇ 10 ਵੀ 30 ਹੁੰਦੇ ਨੇ। ਹੁਣ ਨੈਕਸਟ ਉਹੀ ਸੰਖਿਆਵਾਂ ਰੱਖਾਂਗੇ ਆਪਾਂ ਆਪਣੇ ਮਾਈਂਡ ਦੇ ਵਿੱਚ। ਹੁਣ ਮਾਈਨਸ ਕਰਨਾ ਸੈਕਿੰਡ ਵਾਲੇ ਦੇ ਵਿੱਚ। ਆਪਾਂ 10 ਸੋਚਿਆ ਸੀ, ਉਰੇ 20 ਸੋਚਿਆ ਸੀ। ਠੀਕ ਹੈ, ਹੁਣ ਇੱਥੇ 20 ਹੈ, ਇੱਥੇ 10 ਹੈ।
ਹੁਣ ਇੱਥੇ ਦੇਖਦੇ ਇਹਨਾਂ ਦੇ ਆਂਸਰ ਬਰਾਬਰ ਆਉਂਦੇ ਨੇ। ਹੁਣ 10 ਦੇ ਵਿੱਚੋਂ 20 ਮਾਈਨਸ ਕਰਨਾ ਹੈ, ਆਂਸਰ ਤਾਂ 10 ਆਊਗਾ ਪਰ ਨਿਸ਼ਾਨੀ ਤਾਂ ਵੱਡੇ ਅੱਖਰ ਦੀ ਲੱਗੂਗੀ। ਹੁਣ 20 ਦੇ ਵਿੱਚੋਂ 10 ਘਟਾਉਣਾ ਹੈ ਤਾਂ ਆਊਗਾ ਤਾਂ 10, ਨਿਸ਼ਾਨੀ ਤਾਂ ਵੱਡੇ ਅੱਖਰ ਦੀ ਲੱਗੂਗੀ। ਹੁਣ ਇਹ ਤਾਂ ਬੇਟਾ ਜੀ ਮਾਈਨਸ ਦਾ 10 ਆਇਆ, ਇਹ ਆਪਣੇ ਕੋਲੇ ਪਲੱਸ ਦਾ 10 ਆਇਆ। ਠੀਕ ਹੈ, ਤਾਂ ਇਹ ਤਾਂ ਆਂਸਰ ਇਕੁਅਲ ਨਹੀਂ ਆਏ, ਤਾਂ ਇੱਥੇ ਕ੍ਰਮ ਵਟਾਂਦਰਾ ਗੁਣ ਨਹੀਂ ਲੱਗਿਆ। ਕਲੀਅਰ ਹੋ ਗਈ ਗੱਲ। ਹੁਣ ਥਰਡ ਦੇ ਵਿੱਚ ਦੇਖੋ, ਗੁਣਾ ਦੇ ਵਿੱਚ ਲਗਾਉਣਾ, ਕਹਿੰਦੇ 10 ਇੰਟੂ 20, 20 ਇੰਟੂ 10 ਮਤਲਬ ਗੁਣਾ 10। ਹੁਣ ਜੇ 10 ਨੂੰ 20 ਨਾਲ ਗੁਣਾ ਕਰਦੇ ਹਾਂ ਤਾਂ ਵੀ 200 ਉੱਤਰ ਆਊਗਾ, 20 ਨੂੰ 10 ਨਾਲ ਗੁਣਾ ਕਰਦੇ ਹਾਂ ਤਾਂ ਵੀ 200 ਉੱਤਰ ਆਊਗਾ। ਇਹਦਾ ਮਤਲਬ ਇੱਥੇ ਕਮੂਟੇਟਿਵ ਪ੍ਰੋਪਰਟੀ ਲੱਗ ਰਹੀ ਹੈ। ਕਲੀਅਰ ਹੋ ਗਿਆ ਬੇਟਾ। ਹੁਣ ਆ ਗਿਆ ਆਪਣੇ ਕੋਲੇ ਡਿਵਾਈਡ। 10 ਨੂੰ ਆਪਾਂ 20 ਨਾਲ ਭਾਗ ਕਰਨਾ ਹੈ, 20 ਨੂੰ ਆਪਾਂ 10 ਨਾਲ ਭਾਗ ਕਰਨਾ ਹੈ। ਹੁਣ ਇਹ ਮੈਂ ਤੁਹਾਨੂੰ ਇੱਧਰ ਰਫ 'ਚ ਲਿਖ ਕੇ ਦਿਖਾਉਣੀ ਆ। ਜਦੋਂ 10 ਨੂੰ 20 ਨਾਲ ਭਾਗ ਕਰਨਾ ਤਾਂ ਇੱਦਾਂ ਲਿਖਾਂਗੇ, ਜਦੋਂ 20 ਨੂੰ 10 ਨਾਲ ਭਾਗ ਕਰਨਾ ਤਾਂ ਇੱਦਾਂ ਲਿਖਾਂਗੇ। ਇਹਦੇ 'ਚ 0 0 ਕੈਂਸਲ ਹੋ ਗਈ, ਆਂਸਰ ਕਿੰਨਾ ਰਹਿ ਗਿਆ 2। ਇਹਦੇ 'ਚ 0 0 ਕੈਂਸਲ ਹੋ ਗਈ, ਆਂਸਰ ਕਿੰਨਾ ਰਹਿ ਗਿਆ 1/2। ਤਾਂ 1/2 ਮਤਲਬ ਤੁਹਾਨੂੰ ਮੰਮੀ ਨੇ ਅੱਧੀ ਹੋਈ ਰੋਟੀ ਖਾਣ ਨੂੰ ਦਿੱਤੀ ਹੈ, ਅਤੇ 2 ਦਾ ਮਤਲਬ ਤੁਹਾਨੂੰ ਪੂਰੀਆਂ 2 ਰੋਟੀਆਂ ਮਿਲੀਆਂ ਨੇ, ਹੈ ਨਾ। ਇਹ ਤਾਂ ਫਿਰ ਆਪਸ 'ਚ ਬਰਾਬਰ ਨਹੀਂ ਨਾ ਹੋਏ, ਤਾਂ ਇਹਦਾ ਮਤਲਬ ਇੱਥੇ ਵੀ ਕਮੂਟੇਟਿਵ ਪ੍ਰੋਪਰਟੀ ਕ੍ਰਮ ਵਟਾਂਦਰਾ ਗੁਣ ਲਾਗੂ ਨਹੀਂ ਹੁੰਦਾ। ਤਾਂ ਇਹ ਟੇਬਲ ਨੂੰ ਪੜ੍ਹ ਕੇ ਬੇਟੇ ਆਪਾਂ ਕੀ ਆਪਣਾ ਰਿਜ਼ਲਟ ਕੱਢਿਆ ਕਿ ਜਿਹੜੀ ਕਮੂਟੇਟਿਵ ਪ੍ਰੋਪਰਟੀ ਹੈ, ਕ੍ਰਮ ਵਟਾਂਦਰਾ ਗੁਣ ਹੈ, ਉਹ ਪੂਰਨ ਸੰਖਿਆਵਾਂ ਦੇ ਜਿਹੜਾ ਹੈ ਜੋੜ 'ਤੇ ਲੱਗਦਾ ਅਤੇ ਗੁਣਾ 'ਤੇ ਲੱਗਦਾ, ਮਾਈਨਸ 'ਤੇ ਨਹੀਂ ਲੱਗਿਆ ਅਤੇ ਉਹ ਭਾਗ 'ਤੇ ਨਹੀਂ ਲੱਗਿਆ। ਠੀਕ ਹੈ, ਇਹ ਤੁਸੀਂ ਜਿਹੜੀ ਗੱਲ ਹੈ ਇਹ ਯਾਦ ਰੱਖਣੀ ਹੈ। ਨੈਕਸਟ ਐਕਟੀਵਿਟੀ 'ਤੇ ਚੱਲਦੇ ਹਾਂ ਆਪਾਂ। ਡੇ 37 ਬੌਂਡ ਮਾਸ ਦਾ ਪ੍ਰਯੋਗ ਕਰਦੇ ਹੋਏ ਚਿੱਤਰ 1 ਅਤੇ 2 ਵਿੱਚ ਜੋੜ ਪਤਾ ਕਰੋ। ਫਾਈਂਡ ਦਾ ਸਮ ਇਨ ਫਿਗਰ 1 ਐਂਡ 2 ਯੂਜ਼ਿੰਗ ਬੌਂਡ ਮਾਸ ਰੂਲ। ਦੋਨਾਂ ਸਥਿਤੀਆਂ ਵਿੱਚ ਕੀ ਤੁਹਾਨੂੰ ਬਰਾਬਰ ਜੋੜ ਪ੍ਰਾਪਤ ਹੋਇਆ? ਇਜ਼ ਦਾ ਸਮ ਇਨ ਬੋਥ ਕੇਸਿਸ ਇਕੁਅਲ? ਜੇਕਰ ਹਾਂ ਤਾਂ ਇਹ ਪੂਰਨ ਸੰਖਿਆਵਾਂ ਦੇ ਕਿਹੜੇ ਗੁਣ ਨੂੰ ਦਰਸਾਉਂਦਾ ਹੈ? ਇਫ ਸੋ ਵਿਚ ਪ੍ਰੋਪਰਟੀ ਆਫ ਹੋਲ ਨੰਬਰਸ ਡਜ਼ ਇਟ ਰਿਪਰੈਜ਼ੈਂਟ? ਹਾਂਜੀ ਬੇਟਾ, ਜੋੜ ਕਰਕੇ ਦੇਖਦੇ ਹਾਂ ਆਪਾਂ ਪਹਿਲਾਂ। ਚਲੋ ਜੀ, ਇੱਥੇ ਹੈਗਾ ਆਪਣੇ ਕੋਲੇ 3 ਅਤੇ 2, ਦੋਨਾਂ ਦਾ ਜੋੜ ਕਿੰਨਾ ਆ ਗਿਆ? ਕਿਉਂਕਿ ਬ੍ਰੈਕਟ ਦੇ ਅੰਦਰ ਹੈ ਨਾ, ਬੌਂਡ ਮਾਸ ਲਗਾਉਣਾ ਤਾਂ ਅੰਦਰਲਾ ਜੋੜ ਆਪਾਂ ਪਹਿਲਾਂ ਕਰਨਾ, ਤਾਂ ਇਹਨਾਂ ਦਾ ਜੋੜ ਆ ਜਾਊਗਾ 5। ਇੱਥੇ ਆ ਗਿਆ ਆਪਣੇ ਕੋਲੇ 5। ਇਹ ਕਿੰਨੇ ਨੇ ਜੀ? 4। ਅਤੇ ਹੁਣ 5 'ਚ 4 ਜੋੜੇ, ਫਾਈਨਲ ਉੱਤਰ ਕਿੰਨਾ ਆ ਗਿਆ? 9। ਇੱਧਰ ਦੇਖੋ ਜੀ, ਬਾਹਰ ਕਿੰਨੇ ਨੇ? 3। ਅੰਦਰ ਵਾਲਿਆਂ ਦਾ ਜੋੜ ਕਿੰਨਾ ਆਇਆ? 4 ਅਤੇ 2 6। ਜਦੋਂ ਇਹਨਾਂ ਨੂੰ ਜੋੜਾਂਗੇ ਆਂਸਰ ਕਿੰਨਾ ਆਊਗਾ? ਆਂਸਰ ਤਾਂ 9 ਹੀ ਆਇਆ, ਹੈ ਨਾ। ਤਾਂ ਫਿਰ ਕਹਿੰਦੇ ਕਿਹੜੀ ਪ੍ਰੋਪਰਟੀ ਹੈ ਇਹ? ਹੋਲ ਨੰਬਰਸ ਦੀ ਕਿਹੜੀ ਪ੍ਰੋਪਰਟੀ ਦੱਸ ਰਿਹਾ ਹੈ ਆਪਣੇ ਆਪਾਂ ਨੂੰ ਇਹ? ਤੁਹਾਨੂੰ ਮੈਂ ਹੁਣ ਦੁਬਾਰਾ ਇਹਨੂੰ ਲਿਖ ਕੇ ਦਿਖਾਉਣੀ ਆ। ਜੇ ਆਪਾਂ ਪਹਿਲਾਂ ਕੋਈ 2 ਸੰਖਿਆਵਾਂ ਜੋੜੀਏ, ਇਹ ਕੋਈ ਸੰਖਿਆਵਾਂ ਨੇ, ਠੀਕ ਹੈ, ਪੂਰਨ ਸੰਖਿਆਵਾਂ, ਅਤੇ ਫਿਰ ਉਸ ਤੋਂ ਬਾਅਦ ਪਹਿਲੀ ਸੰਖਿਆ ਨੂੰ ਸਾਈਡ 'ਤੇ ਕੱਢ ਦਈਏ, ਪਹਿਲਾਂ ਦੂਜੀ ਅਤੇ ਤੀਜੀ ਨੂੰ ਜੋੜ ਲਈਏ। ਕਹਿਣ ਤੋਂ ਭਾਵ ਤੁਹਾਡੇ ਕੋਲੇ 3 ਸੰਖਿਆਵਾਂ ਨੇ, ਪਹਿਲਾਂ ਤੁਸੀਂ ਕੀ ਕਰਿਆ? ਪਹਿਲੀਆਂ 2 ਨੂੰ ਜੋੜ ਲਿਆ, ਫਿਰ ਉਹਨਾਂ ਦੇ ਜੋੜ ਦੇ ਵਿੱਚ ਤੀਜੀ ਜੋੜਤੀ। ਅਗਲੀ ਵਾਰੀ ਤੁਸੀਂ ਕੀ ਕਰਿਆ? ਪਹਿਲਾਂ ਦੂਜੀ ਅਤੇ ਤੀਜੀ ਜੋੜ ਲਈਆਂ, ਫਿਰ ਜਿਹੜਾ ਉਹਨਾਂ ਦਾ ਜੋੜ ਆਇਆ ਉਹਦੇ ਵਿੱਚ ਪਹਿਲੀ ਜੋੜਤੀ, ਪਰ ਆਂਸਰ ਤਾਂ ਬਰਾਬਰ ਆਇਆ ਨਾ। ਤਾਂ ਇਸ ਰੂਲ ਨੂੰ ਆਪਾਂ ਕਹਿੰਦੇ ਹਾਂ ਬੇਟਾ ਐਸੋਸੀਏਟਿਵ ਪ੍ਰੋਪਰਟੀ। ਕਿਹੜੀ ਪ੍ਰੋਪਰਟੀ? ਐਸੋਸੀਏਟਿਵ ਪ੍ਰੋਪਰਟੀ, ਸਹਿਚਾਰਤਾ ਗੁਣ। ਠੀਕ ਹੈ, ਤਾਂ ਇਹ ਗੁਣ ਵੀ ਤੁਸੀਂ ਯਾਦ ਰੱਖਣਾ। ਹੁਣ ਆਪਾਂ ਚੱਲੀਏ ਇਸ ਦੀ ਹੋਮ ਅਸਾਈਨਮੈਂਟ 'ਤੇ। ਹਾਂਜੀ, ਹੋਮ ਅਸਾਈਨਮੈਂਟ 'ਚ ਆਪਾਂ ਨੂੰ ਕਹਿ ਰਿਹਾ ਢੁਕਵੇਂ ਕ੍ਰਮ ਦੇ ਨਾਲ ਹੱਲ ਕਰੋ। ਢੁਕਵਾਂ ਕ੍ਰਮ, ਢੁਕਵੇਂ ਕ੍ਰਮ ਨਾਲ ਹੱਲ ਕਰੋ। ਕੀ ਹੁੰਦਾ ਇਹ ਢੁਕਵਾਂ ਕ੍ਰਮ? ਕੀ ਹੈ ਇਹ ਐਪਰੋਪਰੀਏਟ ਆਰਡਰ? ਤਾਂ ਇਹਨੂੰ ਸਮਝਣ ਲਈ ਬੇਟੇ ਤੁਸੀਂ ਪਹਿਲਾਂ ਉਹ 2 ਸੰਖਿਆਵਾਂ ਇਹਨਾਂ ਤਿੰਨਾਂ ਦੇ ਵਿੱਚੋਂ ਚੁਣਨੀਆਂ ਨੇ ਜਿਨ੍ਹਾਂ ਦੇ ਨਾਲ ਤੁਹਾਡੀ ਸੰਖਿਆ ਜ਼ੀਰੋਆਂ ਵਾਲੀ, ਮਤਲਬ ਜਾਂ 10 ਜਾਂ 100 ਜਾਂ 1000 ਜਾਂ ਇੱਦਾਂ ਦੀ ਕੋਈ ਸੰਖਿਆ ਬਣ ਜਾਵੇ ਜਿਹਦੇ ਵਿੱਚ ਤੀਸਰੀ ਸੰਖਿਆ ਜੋੜਨੀ ਸੌਖੀ ਹੋ ਜਾਵੇ। ਠੀਕ ਹੈ, ਜੋੜ ਤਾਂ ਆਪਾਂ ਦੇਖੋ ਇੱਦਾਂ ਵੀ ਸਕਦੇ ਹਾਂ, ਕਿਉਂਕਿ ਅਸੀਂ ਸਿੱਖਿਆ ਹੋਇਆ ਹੈ, 5ਵੀਂ ਤੱਕ ਸਿੱਖ ਕੇ ਆਏ ਹਾਂ ਜੋੜ ਕਰਨਾ, ਤਾਂ ਹੈ ਨਾ, ਐਂ ਵੀ ਕਰ ਸਕਦੇ ਹਾਂ। ਪਰ ਹੁਣ ਇਹ ਢੁਕਵਾਂ ਕ੍ਰਮ ਕੀ ਹੈ? ਦੇਖੋ 67, ਤਾਂ ਇਹਦੇ ਪਿੱਛੇ 7 ਹੈ, ਆਹ ਵਾਲਾ ਅੰਕ ਇਕਾਈ ਦਾ। ਹੁਣ ਇਹਦੇ ਵਿੱਚ ਆਪਾਂ ਇਹੋ ਜਿਹੀ ਕਿਹੜੀ ਸੰਖਿਆ ਜੋੜੀਏ ਕਿ ਜ਼ੀਰੋਆਂ ਵਾਲੀ ਸੰਖਿਆ ਬਣ ਜਾਵੇ? ਤਾਂ 33 ਹੀ ਹੋ ਸਕਦਾ। 7 ਅਤੇ 3 10 ਬਣਦੇ ਨੇ, 7 ਅਤੇ 3 10, ਹਸਲ ਆਇਆ 1, 6 ਅਤੇ 3 9, 9 ਅਤੇ 1 10। ਠੀਕ ਹੈ,
ਹੁਣ ਹੁਣੇ 100 ਆ ਗਿਆ ਤਾਂ 100 ਦੇ ਵਿੱਚ ਬੱਚੇ 50 ਜੋੜਨੇ ਤਾਂ ਸੌਖੇ ਨੇ ਨਾ, ਜਿਹੜੀ ਤੀਜੀ ਸੰਖਿਆ ਹੈ। ਆਪਣੇ ਕੋਲ ਕਿੰਨਾ ਆਨਸਰ ਆ ਗਿਆ ਈਜ਼ੀਲੀ 150, 150, 150। ਠੀਕ ਹੈ। ਹੁਣ ਜੇ ਆਪਾਂ ਇਹਨੂੰ ਕਿਸੇ ਹੋਰ ਢੰਗ ਨਾਲ ਜੋੜਦੇ, ਤੁਸੀਂ ਕਹਿੰਦੇ ਵੀ ਹੈ ਨਾ ਵੀ ਆਪਾਂ ਕੁਛ ਹੋਰ ਜੋੜ ਸਕਦੇ ਹਾਂ। 67 ਦੇ ਵਿੱਚ 50 ਜੋੜ ਕੇ ਦੇਖੋ, 6 ਤੇ 5 11, ਫਿਰ ਇਹਦੇ ਵਿੱਚ ਤੁਸੀਂ 33 ਜੋੜੋਗੇ, ਆਨਸਰ ਤਾਂ ਉਨਾ ਹੀ ਆਉਣਾ। ਪਰ ਤੁਹਾਨੂੰ ਇਹਦੇ ਵਿੱਚ ਮਿਹਨਤ ਕਰਨੀ ਪਏਗੀ, ਇਹ ਢੁਕਵਾਂ ਕ੍ਰਮ ਨਹੀਂ ਹੋਇਆ। ਠੀਕ ਹੈ। ਢੁਕਵਾਂ ਕ੍ਰਮ ਬੱਚੇ ਇਹੀ ਹੋਊਗਾ ਜਦੋਂ ਆਪਾਂ ਇਹਦੇ ਵਿੱਚ ਪਹਿਲਾਂ ਉਹ ਦੋ ਸੰਖਿਆਵਾਂ ਨੂੰ ਲੱਭਾਂਗੇ ਜਿਹੜੀਆਂ 10, 100, 1000 ਜਾਂ ਕੋਈ ਵੀ ਇਹੋ ਜਿਹੀ ਸੰਖਿਆ ਬਣਾਉਂਦੀਆਂ ਨੇ ਜਿਹਦੇ ਵਿੱਚ ਤੀਸਰੀ ਸੰਖਿਆ ਜੋੜਨੀ ਬਹੁਤ ਈਜ਼ੀ ਹੈ। ਹਾਂਜੀ, ਇੱਥੇ 100 ਆ ਗਿਆ ਸੀ ਅਤੇ ਆਪਾਂ 100 ਦੇ ਵਿੱਚ 50 ਜੋੜ ਲਈ ਸੀ। ਕਲੀਅਰ ਹੋ ਗਿਆ ਬੇਟਾ ਤੁਹਾਨੂੰ? ਜੇ ਵੀਡੀਓ ਪਸੰਦ ਆ ਰਹੀ ਹੈ ਲਾਈਕ ਜ਼ਰੂਰ ਕਰ ਦਿਓ। ਠੀਕ ਹੈ। ਹੁਣ ਅਗਲੇ ਦੇ ਵਿੱਚ ਦੇਖੋ ਸਮ 'ਚ ਕਿੰਨੀ ਪ੍ਰੋਬਲਮ ਆ ਰਹੀ ਹੈ। ਆ ਵੀ 3 ਅਤੇ 7 ਪਿੱਛੇ 10 ਬਣਦਾ, ਆ ਵੀ 3 ਅਤੇ 7 ਪਿੱਛੇ 10 ਬਣਦਾ। ਹੁਣ ਕੀ ਕਰੀਏ ਜੀ? ਚਲੋ ਆਪਾਂ ਟਰਾਈ ਕਰਕੇ ਦੇਖਦੇ ਹਾਂ। ਜੇ ਇਹਦੇ ਵਿੱਚ ਆਪਾਂ ਇਹ ਸੰਖਿਆ ਜੋੜਦੇ ਹਾਂ, ਕਿਉਂਕਿ ਇਹਦੇ ਪਿੱਛੇ ਵੀ 10 ਬਣਦਾ ਨਾ, ਤਾਂ ਇੱਥੇ 7 3 10 ਤੇ 1 11, 7 3 10 ਤੇ 1 11, ਇਹ ਤਾਂ ਇੰਨਾ ਆਇਆ। ਜੇ ਆਪਾਂ ਹੁਣ ਇਹਦੇ ਵਿੱਚ ਇਹਦੇ ਵਿੱਚ ਤਾਂ ਆਪਾਂ ਜੋੜਿਆ ਹੀ ਹੋਇਆ 7 7 7 ਦੇ ਵਿੱਚ ਆਪਾਂ 223 ਵਾਲੀ ਜੋੜਦੇ ਹਾਂ ਤਾਂ 7 3 10 ਹਸਲ 1, 9 ਤੇ 1 10 ਹਸਲ 1, 7 8 9 ਤੇ 1 10। ਇੱਥੇ ਜਿਹੜੀ ਸੰਖਿਆ ਹੈ ਇਹਦੇ ਵਿੱਚ ਤੀਜੀ ਸੰਖਿਆ ਜੋੜਨੀ ਜ਼ਿਆਦਾ ਸੌਖੀ ਰਹੂਗੀ। ਤਾਂ ਐਪਰੋਪਰੀਏਟ ਰੂਲ ਦੇ ਅਕੋਰਡਿੰਗਲੀ ਆਪਾਂ ਇਹ 777 ਦੇ ਵਿੱਚ ਪਹਿਲਾਂ ਕਿਹੜੀ ਸੰਖਿਆ ਜੋੜਾਂਗੇ? 223। ਹੁਣ ਇਹ ਜਿਹੜਾ ਆਨਸਰ ਆ ਗਿਆ ਬੇਟਾ, ਇਹਦੇ ਵਿੱਚ ਆਪਾਂ 333 ਜਿਹੜੀ ਰਹਿ ਗਈ ਸੀ ਸੰਖਿਆ ਉਹ ਜੋੜ ਦਾਂਗੇ। ਦੇਖੋ ਉੱਪਰ ਨੀਚੇ ਰਕਮਾਂ ਲਿਖਣ ਦੀ ਵੀ ਲੋੜ ਨਹੀਂ, ਤੁਹਾਨੂੰ ਪਤਾ ਹੈ 1000 'ਚ 333 ਜੋੜੇ ਤਾਂ ਇੰਨਾ ਹੀ ਆਨਸਰ ਆਊਗਾ। ਠੀਕ ਹੈ। ਇਸੇ ਨੂੰ ਆਪਾਂ ਅਪਰੋਪਰੀਏਟ ਆਰਡਰ ਕਹਿੰਦੇ ਹਾਂ। ਚਲਿਏ ਜੀ ਆਪਾਂ ਆਪਣੇ ਨੈਕਸਟ ਡੇ ਦੀ ਐਕਟੀਵਿਟੀ 'ਤੇ। ਡੇ 38 ਉਹਨੇ ਕਿਹਾ ਹੈ ਖਾਲੀ ਥਾਵਾਂ ਭਰੋ। ਕੀ ਖਾਲੀ ਥਾਂ ਭਰਨ ਨੂੰ ਕਹਿ ਰਿਹਾ ਆਪਾਂ ਨੂੰ? ਉਹਨੇ 48 ਨੂੰ 48 ਨੂੰ 105 ਨਾਲ ਗੁਣਾ ਕੀਤੀ ਹੈ, ਪਰ ਉਧਰਲੇ ਪਾਸੇ ਉਹਨੇ ਕੀ ਕਰਤਾ? 105 ਨੂੰ ਤੋੜਤਾ, ਇਹਦਾ ਵਿਸਤ੍ਰਿਤ ਰੂਪ ਲਿਖਤਾ 100 + 5, ਕਿਉਂਕਿ 100 ਤਾਂ ਉਹਨੇ ਲਿਖਿਆ ਹੀ ਹੋਇਆ। ਆਪਾਂ ਕਿੰਨਾ ਭਰਨਾ ਉਰੇ? 5, ਤਾਂ ਹੀ 105 ਬਣੂਗਾ। ਅਗਲੀ ਲਾਈਨ ਦੇ ਵਿੱਚ ਉਹਨੇ ਕੀ ਕਿਹਾ? ਬ੍ਰੈਕਟ ਖੋਲ੍ਹੀ ਹੈ। ਦੇਖੋ 48 ਨੂੰ ਗੁਣਾ ਕੀਤਾ ਪਹਿਲਾਂ 100 ਨਾਲ, ਫਿਰ 48 ਨੂੰ ਗੁਣਾ ਕੀਤਾ 5 ਨਾਲ। ਨਿਸ਼ਾਨੀ ਬੇਟਾ ਆਹੀ ਰਹਿੰਦੀ ਹੁੰਦੀ ਹੈ ਜੋ ਬ੍ਰੈਕਟ ਦੇ ਅੰਦਰ ਵਾਲੀਆਂ ਰਕਮਾਂ 'ਚ ਹੈਗੀ ਹੈ। ਹੁਣ ਇੱਥੇ ਕੀ ਮਿਸਿੰਗ ਹੈ ਜੀ? 100। ਹੁਣ ਆਪਾਂ ਨੂੰ ਆਹ ਦੋਨਾਂ ਦੀ ਗੁਣਾ ਕਰਨੀ ਕਿੰਨੀ ਸੌਖੀ ਹੈ, ਮੈਂ ਤੁਹਾਨੂੰ ਸਿਖਾਇਆ ਹੋਇਆ ਵੀ ਸਿਰਫ ਆਹੀ ਗੁਣਾ ਕਰਨੀ ਹੈ। 48 ਏਕਮ 48 ਨਾਲ ਜ਼ੀਰੋਆਂ ਲਗਾ ਦਿਓ। 48 5 ਉਹਨੇ ਲਿਖ ਕੇ ਦੇਤਾ ਆਪਾਂ ਨੂੰ ਕਿੰਨਾ? 240। ਤਾਂ ਇੱਥੇ ਆਪਾਂ ਕਿੰਨਾ ਭਰਨਾ ਹੈ ਇਸ ਫਿਲਅਪ ਦੇ ਵਿੱਚ? 4800। ਠੀਕ ਹੈ। ਹੁਣ ਇਹਨਾਂ ਨੂੰ ਜੋੜ ਲਓ ਬੇਟਾ। ਹੁਣ 4800 ਦੇ ਵਿੱਚ ਆਪਾਂ 240 ਜੋੜਨਾ। ਰਫ ਦੇ ਵਿੱਚ ਜੋੜ ਕੇ ਦੇਖ ਲਓ ਕਿੰਨਾ ਆਨਸਰ ਆ ਰਿਹਾ ਜੀ? 5040। ਠੀਕ ਹੈ। 0 4। ਜੇ ਫਿਰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਮੈਂ ਜੋੜ ਕੇ ਦਿਖਾ ਦਿੰਦੀ ਹਾਂ। 8 ਤੇ 2 10 ਹਸਲ ਆਇਆ 1, 4 ਤੇ 1 5। ਠੀਕ ਹੈ। ਸਮਝ ਆ ਗਿਆ? ਤਾਂ ਹੁਣ ਤੁਹਾਨੂੰ ਲੱਗਿਆ ਹੋਊਗਾ ਵੀ ਅਸੀਂ ਕਮਿਊਟੇਟਿਵ ਪ੍ਰੋਪਰਟੀ ਸਿੱਖ ਲਈ, ਅਸੀਂ ਐਸੋਸੀਏਟਿਵ ਪ੍ਰੋਪਰਟੀ ਸਿੱਖ ਲਈ, ਪਰ ਉਹਨਾਂ ਨਾਲ ਤਾਂ ਇਹ ਪ੍ਰੋਪਰਟੀ ਮਿਲਦੀ ਨਹੀਂ। ਇਹ ਕਿਹੜੀ ਪ੍ਰੋਪਰਟੀ ਹੋਈ ਫਿਰ? ਇਹ ਬੇਟਾ ਜੀ ਤੁਹਾਡੀ ਥਰਡ ਵਾਲੀ ਪ੍ਰੋਪਰਟੀ ਹੈ। ਇਹਦਾ ਨਾਮ ਹੈਗਾ ਡਿਸਟਰੀਬਿਊਟਿਵ ਪ੍ਰੋਪਰਟੀ, ਵੰਡਕਾਰੀ ਗੁਣ। ਠੀਕ ਹੈ। ਡਿਸਟਰੀਬਿਊਟਿਵ, ਆਪਾਂ ਡਿਸਟਰੀਬਿਊਟ ਹੀ ਕੀਤਾ ਨਾ, ਵੰਡਿਆ ਹੀ ਹੈ ਨਾ। 105 ਨੂੰ ਪਹਿਲਾਂ ਦੋ ਰਕਮਾਂ 'ਚ ਵੰਡਿਆ, ਫਿਰ ਜਿਹੜੀ ਬਾਹਰਲੀ ਰਕਮ ਸੀ ਉਹਨਾਂ ਨੂੰ ਦੋਨਾਂ ਸੰਖਿਆਵਾਂ ਦੇ ਨਾਲ ਗੁਣਾ ਕਰਿਆ। ਆਪਾਂ ਵੰਡ ਕੇ ਆਪਣੀ ਜਿਹੜੀ ਗੁਣਾ ਸੀ ਉਹਨੂੰ ਸੌਖਾ ਬਣਾ ਲਿਆ। ਠੀਕ ਹੈ। ਹੁਣ ਦੇਖਦੇ ਹਾਂ ਇਹ ਯੂਜ਼ ਕਿੱਥੇ ਕਰਨੀ ਹੈ, ਆਪਾਂ ਸਵਾਲ ਕਿਹੋ ਜਿਹਿਆਂ 'ਚ ਯੂਜ਼ ਕਰਨੀ ਹੈ, ਤਾਂ ਉਹਦੀ ਹੋਮ ਅਸਾਈਨਮੈਂਟ 'ਤੇ ਜਾ ਕੇ ਪਤਾ ਲੱਗੂਗਾ। ਚਲੋ ਜੀ ਚੱਲੀਏ ਫਿਰ। ਹਾਂਜੀ, ਉਹਨੇ ਕਿਹਾ ਜੋੜ ਉੱਪਰ ਗੁਣਾ ਦੇ ਵੰਡਕਾਰੀ ਗੁਣ ਦੀ ਵਰਤੋਂ ਕਰਦੇ ਹੋਏ ਹੱਲ ਕਰੋ। ਸੋਲਵ ਯੂਜ਼ਿੰਗ ਪ੍ਰੋਪਰਟੀ ਆਫ ਮਲਟੀਪਲੀਕੇਸ਼ਨ ਓਵਰ ਐਡੀਸ਼ਨ। ਇੱਕ ਡੱਬੇ ਦੇ ਵਿੱਚ 24 ਚਾਕਲੇਟ ਹੋਣ ਤਾਂ 105 ਡੱਬਿਆਂ 'ਚ ਕਿੰਨੇ ਚਾਕਲੇਟ ਹੋਣਗੇ? ਦੇਅਰ ਆਰ 24 chocolates in a box.
ਹਾਊ ਮੈਨੀ ਚੋਕਲੇਟਸ ਵਿਲ ਬੀ ਦੇਅਰ ਇਨ 105 ਬਾਕਸਿਸ। ਤਾਂ ਬੇਟਾ ਜੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲ ਇੱਕ ਬਕਸੇ 'ਚ 24 ਨੇ, ਅਤੇ ਜਦੋਂ ਤੁਹਾਡੇ ਕੋਲ ਬਕਸੇ 105 ਹੋ ਗਏ ਫਿਰ ਤਾਂ ਜ਼ਿਆਦਾ ਹੀ ਚੋਕਲੇਟ ਹੋਣਗੇ ਨਾ। ਹਾਂਜੀ, ਆਪਾਂ ਕਹਾਂਗੇ ਆਪਣੇ ਕੋਲ ਕਿੰਨੇ ਚੋਕਲੇਟਸ ਹੋਣਗੇ। ਚੋਕੋਲੇਟਸ, ਟੋਟਲ ਚੋਕਲੇਟਸ 24 ਮਲਟੀਪਲਾਈ 105। ਤਾਂ ਹੁਣ ਇਹਨੂੰ ਆਪਾਂ ਵੰਡਕਾਰੀ ਗੁਣ ਦੇ ਹਿਸਾਬ ਨਾਲ ਲਿਖਣਾ ਹੈ। 24 105 ਨੂੰ ਕਿਵੇਂ ਲਿਖਾਂਗੇ ਜੀ? ਹੁਣੀ ਪਿਛਲੀ ਐਗਜ਼ਾਮਪਲ ਦੇ ਵਿੱਚ ਆਪਾਂ ਲਿਖਿਆ ਸੀ 100 ਪਲੱਸ 5, ਬ੍ਰੈਕਟ ਖੋਲ ਲਓ। ਠੀਕ ਹੈ, ਪਹਿਲਾਂ ਇਹਨੇ ਇਹਨਾਂ ਨਾਲ ਗੁਣਾ ਹੋਣਾ, ਫਿਰ ਇਸ ਨਾਲ ਗੁਣਾ ਹੋਣਾ। ਹੁਣ 24 ਨੂੰ 100 ਨਾਲ ਗੁਣਾ ਕਰਨਾ ਤਾਂ ਸੌਖਾ ਹੈ ਨਾ, 2400 ਆ ਗਿਆ। 24 ਨੂੰ ਜਦੋਂ 5 ਨਾਲ ਗੁਣਾ ਕਰਨਾ ਤਾਂ ਤੁਸੀਂ ਰਫ ਸਾਈਡ 'ਤੇ ਕਰ ਲਓ ਇੱਦਾਂ ਪਹਾੜਾ ਪੜ੍ਹ ਕੇ। 5 ਚੌਕਾ 20, 20 ਦੀ ਲੱਗੀ 0, ਹਸਲ ਆਏ ਜੀ 2, 5 ਦੂਣੀ 10, 10 ਦੇ ਵਿੱਚ 2 ਜੋੜੋਗੇ ਜੀ 12, 120 ਆਂਸਰ ਆ ਗਿਆ। ਹੁਣ ਤੁਹਾਡੇ ਕੋਲ ਜਿਹੜੀਆਂ ਦੋ ਰਕਮਾਂ ਰਹਿ ਗਈਆਂ ਉਹਨਾਂ ਨੂੰ ਵੀ ਪਲੱਸ ਕਰ ਦਿਓ। ਸ਼ਾਬਾਸ਼। ਤਾਂ ਇਹ ਤੁਹਾਡੇ ਕੋਲ ਆਂਸਰ ਆ ਜਾਏਗਾ 2520। ਕਿੰਨਾ ਸੌਖਾ ਸੀ ਹੈ ਨਾ। ਕਿਤੇ ਤੁਸੀਂ 24 ਨੂੰ 105 ਦੇ ਨਾਲ ਗੁਣਾ ਕਰਦੇ, ਕਿੰਨੀ ਵੱਡੀ ਗੁਣਾ ਹੁੰਦੀ। ਤਾਂ ਆਪਾਂ ਜਦੋਂ ਡਿਸਟਰੀਬਿਊਟਿਵ ਪ੍ਰੋਪਰਟੀ ਯੂਜ਼ ਕੀਤੀ, ਆਪਣੀ ਗੁਣਾ ਜਿਹੜੀ ਸੀ ਉਹ ਸੌਖੀ ਹੋ ਗਈ ਅਤੇ ਆਪਾਂ ਫਟਾਫਟ ਆਂਸਰ ਕੱਢ ਲਿਆ ਅਤੇ ਆਪਣੇ ਆਂਸਰ ਵਿੱਚ ਕੋਈ ਗੜਬੜ ਵੀ ਨਹੀਂ ਹੋਊਗੀ, ਕਿਉਂਕਿ ਆਪਾਂ ਬਹੁਤ ਸੌਖੀ ਗੁਣਾ ਕਰ ਰਹੇ ਹਾਂ, ਹੈ ਨਾ ਬੇਟਾ ਜੀ। ਤਾਂ ਸਮਝ ਆ ਗਿਆ ਤੁਹਾਨੂੰ ਇਹ ਐਕਟੀਵਿਟੀ ਅਤੇ ਇਹਦਾ ਹੋਮ ਅਸਾਈਨਮੈਂਟ। ਠੀਕ ਹੈ, ਤਾਂ ਇਹ ਸੀਗੀ ਬੇਟੇ ਤੁਹਾਡੀ ਸ਼ੀਟ ਨੰਬਰ 10। ਹੁਣ ਇਹ ਵੀ ਫਟਾਫਟ ਸਮਝ ਲਿਓ, ਨਾ ਸਮਝ ਆਵੇ ਵੀਡੀਓ ਨੂੰ ਦੁਬਾਰਾ ਦੇਖ ਲਿਓ ਅਤੇ ਆਪਣੀਆਂ ਨੋਟਬੁੱਕਸ 'ਤੇ ਨੋਟ ਕਰ ਲਿਓ। ਓਕੇ ਜੀ, ਤਦ ਤੱਕ ਲਈ ਬਾਏ ਬੇਟਾ।